ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਿਸ ਵਿੱਚ ਆਪਾਂ ਕੱਲ੍ਹ ਵਿਚਾਰ ਕਰਦੇ ਸੀ ਕਿ ਆਪਣਾ ਜਿਹੜਾ ਜੀਵਨ ਦਾ ਮਨੋਰਥ ਹੈ, ਜਿਸ ਦੇ ਵਿੱਚ ਸਾਡੇ ਮਨ ਦਾ ਕਾਰਜ ਪੂਰਾ ਹੋਣਾ ਹੈ, ਜਿਸ ਦੇ ਵਿੱਚ ਆਪਣੇ ਜੀਵਨ ਦਾ ਕਲਿਆਣ ਹੋਣਾ ਹੈ, ਉਹ ਗੁਰ ਤੋਂ ਸਾਨੂੰ ਸੋਝੀ ਹੁੰਦੀ ਹੈ ਕਿ ਕਿਵੇਂ ਮਨ ਨੇ ਨਾਮ ਦੇ ਵਿੱਚ ਰਤਨਾ ਹੈ ਮਾਲਕ ਦੇ, ਕਿਵੇਂ ਮਨ ਅਤੇ ਤਨ ਨਿਰਮਲ ਹੁੰਦੇ ਨੇ ਅਤੇ ਸਾਨੂੰ ਸਾਰਾ ਸੁੱਖ ਪ੍ਰਾਪਤ ਹੋਣਾ ਹੈ। ਇਸ ਬਾਰੇ ਆਪਾਂ ਵਿਚਾਰਦੇ ਸੀ। ਮਨ ਤਨ ਨਿਰਮਲ ਹੋਏ ਹਰ ਰੰਗ, ਹਰੀ ਦੇ ਰੰਗ ਦੇ ਵਿੱਚ ਮਨ ਰੰਗਿਆ ਜਾਂਦਾ ਹੈ ਜਦੋਂ ਮਨ ਅਤੇ ਤਨ ਨਿਰਮਲ ਹੋ ਜਾਂਦੇ ਨੇ, ਕਿਉਂਕਿ ਜਦ ਤੱਕ ਮਨ ਮੈਲਾ ਹੈ ਅਤੇ ਹਰੀ ਦਾ ਰੰਗ ਨਹੀਂ ਚੜ੍ਹਦਾ। ਜਦੋਂ ਮਨ ਨਿਰਮਲ ਹੋ ਜਾਂਦਾ ਹੈ ਫਿਰ ਹਰੀ ਦਾ ਰੰਗ ਚੜ੍ਹਦਾ ਹੈ ਮਨ ਨੂੰ। ਸਰਬ ਸੁੱਖਾਂ ਪਾਵੂ ਸਤਸੰਗ, ਫਿਰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਸੱਚ ਦਾ ਸੰਗ ਪ੍ਰਾਪਤ ਹੋ ਜਾਂਦਾ, ਪਰਮੇਸ਼ਰ ਸਾਡੇ ਅੰਗ ਸੰਗ ਹੋ ਜਾਂਦਾ ਹੈ। ਨਾਮ ਤੇਰੇ ਰਹੇ ਮਨ ਰਾਤਾ, ਫਿਰ ਜਦੋਂ ਉਹਦਾ ਸੰਗ ਪ੍ਰਾਪਤ ਹੋ ਜਾਂਦਾ ਹੈ ਫਿਰ ਉਸ ਪ੍ਰਭੂ ਦੇ ਨਾਮ ਦੇ ਵਿੱਚ ਮਨ ਰਤਿਆ ਜਾਂਦਾ ਹੈ। ਇਹ ਕਲਿਆਣ ਨਾਨਕ ਕਰ ਜਾਂਦਾ, ਅਤੇ ਇਹ ਫਿਰ ਜਿਹੜਾ ਜੀਵ ਸਮਝ ਲੈਂਦਾ ਹੈ ਮਨ ਦਾ ਕਲਿਆਣ ਹੋ ਜਾਂਦਾ ਹੈ, ਇਸ ਨੂੰ ਜਾਣ ਲੈਂਦਾ ਹੈ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਰਹੋ ਪੰਕਤੀ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਹੁਣ ਰਸਨਾ ਨੂੰ ਇੱਥੇ ਸੰਬੋਧਨ ਹੈ, ਕਿਉਂਕਿ ਹੋਰ ਰਸਾਂ ਦੇ ਵਿੱਚ ਰਸਨਾ ਜਿਹੜੀ ਹੈ ਤ੍ਰਿਪਤ ਨਹੀਂ ਹੁੰਦੀ, ਪਿਆਸ ਨਹੀਂ ਜਾਂਦੀ ਜਦ ਤੱਕ ਹਰੀ ਦੇ ਗੁਣ ਨਹੀਂ ਗਾਉਂਦੀ। ਇਹ ਸਾਨੂੰ ਜਿਹੜਾ ਇਹ ਰਸ ਹੈ, ਇਹ ਸਾਨੂੰ ਮਾਲਕ ਤੋਂ ਪੱਲੇ ਲੈ ਕੇ ਪੱਲੇ ਪਾਉਣਾ ਪੈਂਦਾ ਹੈ, ਅਤੇ ਫਿਰ ਇਸ ਰਸ ਨੂੰ ਆਪਾਂ ਪੀਣਾ ਹੈ। ਫਿਰ ਸਾਡੀ ਰਸਨਾ ਜਿਹੜੀ ਹੈ ਤ੍ਰਿਪਤ ਹੁੰਦੀ ਹੈ, ਜਿਸ ਨੂੰ ਆਪਾਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ। ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ, ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਇਹ ਹਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਜਿਹਨੂੰ ਸੱਚਾ ਗੁਰ ਮਿਲਦਾ ਹੈ, ਖਜ਼ਾਨਾ ਦਿੰਦਾ ਹੈ ਮਾਲਕ, ਫਿਰ ਇਹ ਉਸ ਦੇ ਗੁਣ ਗਾਉਂਦੀ ਹੈ। ਫਿਰ ਉਹ ਗੁਰ ਦਾ ਗਿਆਨ ਦਿੰਦੇ ਨੇ। ਇਸ ਕਰਕੇ ਜਦ ਤੱਕ ਉਸ ਮਾਲਕ ਵੱਲੋਂ ਇਹ ਖਜ਼ਾਨਾ ਨਹੀਂ ਮਿਲਦਾ, ਹਰ ਰਸ ਪੱਲੇ ਨਹੀਂ ਪਾਉਂਦੇ ਅਤੇ ਆਪਾਂ ਪੀ ਵੀ ਨਹੀਂ ਸਕਦੇ। ਜਦੋਂ ਫਿਰ ਇਹ ਰਸ ਮਿਲਦਾ ਹੈ ਫਿਰ ਹੋਰ ਰਸ ਵਿਸਰ ਜਾਂਦੇ ਨੇ। ਕਹਿ ਨਾਨਕ ਹੋਰਾਂ ਰਸਾ ਵਿਸਰੇ, ਜਾਂ ਹਰ ਵਸੈ ਮਨ ਆਏ। ਹਰੀ ਮਨ ਵਿੱਚ ਵਸ ਜਾਂਦਾ, ਖਜ਼ਾਨਾ ਦਿੰਦਾ ਹੈ, ਅਤੇ ਫਿਰ ਰਸਨਾ ਗੁਰ ਦਾ ਸਿਫਤ ਸਲਾਹ ਕਰਦੀ ਹੈ, ਗੁਰ ਦਾ ਗਿਆਨ ਦਿੰਦੀ ਹੈ।
ਕਿਉਂਕਿ ਆਪ ਮਾਲਕ ਇਹ ਖਜ਼ਾਨਾ ਸੱਚੇ ਗੁਰ ਦਾ ਬਖਸ਼ਿਸ਼ ਕਰਦਾ ਹੈ। ਇੱਥੇ ਆਪਾਂ ਨੂੰ ਇਹ ਸਮਝਾ ਰਹੇ ਨੇ, ਅੰਮ੍ਰਿਤ ਰਸਨਾ ਪੀਓ ਪਿਆਰੀ। ਅੰਮ੍ਰਿਤ ਕੀ ਹੈ? ਗੁਰ ਦਾ ਸ਼ਬਦ। ਫਿਰ ਇਹ ਰਸਨਾ ਉਸ ਪ੍ਰਭੂ ਦੀ, ਗੁਰ ਦੀ ਸਿਫਤ ਸਲਾਹ ਕਰਦੀ, ਗੁਰ ਦਾ ਗਿਆਨ ਗਾਉਂਦੀ ਹੈ। ਇਹ ਰਸ ਰਾਤੀ ਹੋਏ ਤੇ ਪਤਾਰੀ। ਫਿਰ ਰਸਨਾ ਇਹ ਰਸ ਦੇ ਵਿੱਚ ਰੱਤੀ ਜਾਂਦੀ, ਤ੍ਰਿਪਤ ਹੋ ਜਾਂਦੀ ਹੈ। ਫਿਰ ਹੋਰ ਨਹੀਂ ਕੁਛ ਵੀ ਕਰਦੀ, ਫਿਰ ਸਿਰਫ ਜੋ ਸਭ ਤੋਂ ਸ੍ਰੇਸ਼ਟ ਹੈ, ਗੁਰ ਦਾ ਗਿਆਨ, ਗੁਰ ਦੀ ਵਿਚਾਰ, ਫਿਰ ਇਹ ਕਰਦੀ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਆਨ ਰਸਾ ਜੇ ਤੇ ਤੈਂ ਚਾਖੇ। ਤੇ ਸਮਝਾਉਂਦੇ ਨੇ ਰਸਨਾ ਇਹ ਰਸਨਾ ਤੇ ਹੈ ਕਿ ਜਿੰਨੇ ਹੋਰ ਅਨਰਸ ਤੂੰ ਚੱਖਦੀ ਹੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਰਸਨਾ ਨੂੰ ਸੰਬੋਧਨ ਕਰਦਾ ਆਪਣੀ ਨੂੰ ਜੀਵ, ਕਿ ਤਾਂ ਹੋਰ ਜਿਹੜੇ ਰਸ ਚੱਖੇ ਨੇ ਜਿੰਨੇ ਵੀ ਸਾਰੇ, ਤੇਰੀ ਇੱਕ ਨਿਮਖ ਵੀ ਤ੍ਰਿਸ਼ਨਾ ਨਹੀਂ ਲੱਥੀ, ਤ੍ਰਿਪਤ ਨਹੀਂ ਹੋਈ ਰਸਨਾ। ਬਹੁਤ ਸਾਰੇ ਸਵਾਦ ਨੇ ਰਸਨਾ ਦੇ, ਖਾਣਾ ਪੀਣਾ ਹੀ ਨਹੀਂ ਹੁੰਦਾ, ਸੰਸਾਰੀ ਗੱਲਾਂ ਕਰਨੀਆਂ, ਗਿਆਨ ਦੀਆਂ ਗੱਲਾਂ ਕਰਨੀਆਂ, ਤ੍ਰੈਗੁਣੀ ਬਹੁਤ ਕੁਛ ਹੁੰਦਾ ਹੈ, ਨਿੰਦਾ ਚੁਗਲੀ ਵੀ ਕਰਦੀ ਹੈ, ਲੇਕਿਨ ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਹਰ ਰਸ ਕਾ ਤੂੰ ਚਾਖੈ ਸਾਧ। ਜੇ ਹਰੀ ਰਸ ਦਾ ਤੂੰ ਸਾਧ ਚੱਖੇਂਗੀ, ਚਾਖਤ ਹੋਏ ਰਹੇ ਬਿਸਮਾਦ। ਫਿਰ ਰਸਨਾ ਵੀ ਬਿਸਮਾਦ ਹੋ ਜਾਂਦੀ ਹੈ, ਕਿਉਂਕਿ ਫਿਰ ਬਿਸਮਾਦ ਦਾ ਗਿਆਨ ਦਿੰਦੀ ਹੈ। ਉਹ ਨਿਰਮਲ ਗਿਆਨ ਦਿੰਦੀ ਹੈ, ਜੋ ਗੁਰ ਸ਼ਬਦ ਹੈ, ਜੋ ਨਿਰਲੇਪ ਹੈ, ਅੱਖਰਾਂ ਤੋਂ ਨਿਰਲੇਪ ਹੈ, ਧਿਆਨ ਮਾਰਗ ਹੈ। ਫਿਰ ਉਹ ਗਿਆਨ ਬਿਸਮਾਦ ਦਾ ਦਿੰਦੀ ਹੈ ਰਸਨਾ। ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਭੇਦ। ਹੇ ਜਿਹਬੇ ਤੂੰ ਰਾਮ ਗੁਣ ਗਾਓ। ਤੇ ਕਹਿੰਦੇ ਨੇ, ਸਮਝਾਉਂਦੇ ਨੇ ਜੇਬਾ ਨੂੰ ਕਿ ਹੇ ਮੇਰੀ ਜੇਬੇ, ਤੂੰ ਰਾਮ ਦੇ ਗੁਣ ਗਾ। ਨਿਮਕ ਨਿਮਕ ਹਰ 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 ਧਿਆਓ। ਪਰ ਕਦੋਂ ਗਾਉਂਦੀ ਹੈ ਰਸਨਾ? ਪਹਿਲਾਂ ਉਸ ਮਾਲਕ ਨੂੰ ਧਿਆਉਂਦੇ ਹਾਂ, ਉਸ ਨੂੰ ਜਾਣਦੇ ਹਾਂ, ਉਸ ਦੀ ਪਿਆਰ ਪਾਉਂਦੇ ਹਾਂ, ਫਿਰ ਉਹ ਇੱਕ ਖਜ਼ਾਨਾ ਦਿੰਦਾ ਹੈ। ਫਿਰ ਰਸਨਾ ਇਹ ਗੁਣ ਗਾਉਂਦੀ ਹੈ। ਨਿਮਕ ਨਿਮਕ, ਹਰ ਨਿਮਕ ਉਸ ਨੂੰ ਧਿਆਉਣਾ, ਉਸ ਨੂੰ ਦੇਖਣਾ। ਧਿਆਉਣਾ ਕੀ ਹੈ? ਦੇਖਣਾ। ਨਿਮਕ ਨਿਮਕ ਉਸ ਨੂੰ, ਪਰਮੇਸ਼ਰ ਨੂੰ ਨਮਸਕਾਰ ਕਰਨਾ ਦੇਖ ਦੇਖ ਕੇ। ਨਿਮਕ ਨਿਮਕ ਠਾਕੁਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰੇ। ਫਿਰ ਇਹ ਜੇਬਾ ਉਹਦੇ ਗੁਣ ਗਾਉਂਦੀ ਹੈ। ਆਨ ਨਾ ਸੁਣੀਐ ਕਤਹੂ ਜਾਈਐ, ਸਾਧ ਸੰਗਤ ਬੜ ਭਾਗੀ ਪਾਈਐ। ਇਹ ਜਿਹੜਾ ਗਿਆਨ ਹੈ, ਇਹ ਹੋਰ ਕਿਤੋਂ ਨਹੀਂ ਆਪਾਂ ਸੁਣ ਸਕਦੇ, ਨਾ ਕਿਤੇ ਸਾਨੂੰ ਜਾਣ ਦੀ ਲੋੜ ਹੁੰਦੀ ਹੈ। ਸਿਰਫ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਹੀ ਇਹ ਗਿਆਨ ਮਿਲਦਾ ਹੈ। ਬੜਭਾਗੀ ਜੀਵ ਨੇ ਜਿਹੜੇ ਇਸ ਸੰਗਤ ਨੂੰ ਪਾਉਂਦੇ ਨੇ, ਜਿੱਥੇ ਗੁਰ ਦਾ ਗਿਆਨ ਸਾਨੂੰ ਮਿਲਦਾ ਹੈ। ਹੋਰ ਕਿਤੇ ਨਹੀਂ ਜਾਂਦਾ, ਸਿਰਫ ਸਾਧ ਸੰਗਤ ਚੋਂ ਹੀ ਇਹ ਮਿਲਣਾ ਹੁੰਦਾ ਹੈ। ਆਨ ਨਾ ਸੁਣੀਐ ਕਤਹੂ ਜਾਈਐ, ਸਾਧ ਸੰਗਤ ਬੜ ਭਾਗੀ ਪਾਈਐ। ਆਠ ਪਹਿਰ ਜਿਹਵੇ ਆਰਾਧ। ਫਿਰ ਅੱਠੇ ਪਹਿਰ ਜੇਵਾ ਉਸ ਦੀ ਸਿਫਤ ਸਲਾਹ ਕਰਦੀ ਹੈ। ਕਿਸ ਦੀ ਕਰਦੀ ਹੈ? ਪਾਰ ਬ੍ਰਹਮ ਠਾਕੁਰ ਆਗਾਦ। ਪਾਰ ਬ੍ਰਹਮ ਦੀ, ਜੋ ਪਰਮੇਸ਼ਰ ਹੈ, ਜੋ ਠਾਕੁਰ ਹੈ, ਜੋ ਆਗਾਦ ਬੋਧ ਹੈ, ਜੋ ਜਿਸ ਦਾ ਕੋਈ ਪਾਰਾਵਾਰ ਨਹੀਂ ਹੈ, ਜੋ ਬੇਅੰਤ ਹੈ। ਇਹਾਂ ਉਹਾਂ ਸਦਾ ਸੁਹੇਲੀ। ਹੁਣ ਇੱਥੇ ਵੀ ਸੁਹੇਲੀ ਹੈ, ਅੱਗੇ ਵੀ ਸੁਹੇਲੀ ਹੈ। ਕਿਹੜੀ ਰਸਨਾ ਹੈ ਜਿਹੜੀ ਨੇ ਅੱਗੇ ਜਾ ਕੇ ਵੀ ਸੁਹੇਲੀ ਹੋਣਾ ਹੈ? ਇਹ ਜਿਹੜੀ ਮਨ ਦੀ ਰਸਨਾ ਹੈ। ਇੱਕ ਆ ਰਸਨਾ ਹੈ, ਜਦ ਤੱਕ ਉਹ ਰਸਨਾ ਸੁੱਤੀ ਹੈ ਤੇ ਇਹ ਰਸਨਾ ਤ੍ਰੈਗੁਣੀ ਵਿਚਾਰਾਂ ਕਰਦੀ ਹੈ।
ਜਦੋਂ ਫਿਰ ਉਹ ਰਸਨਾ ਜਾਗਦੀ ਹੈ, ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੀ ਹੈ। ਪਹਿਲਾਂ ਮਨ ਵਿੱਚ ਹੀ ਕਰਦੀ ਹੈ, ਕਿਉਂਕਿ ਬਾਹਰ ਆਪਾਂ ਬਾਅਦ 'ਚ ਬੋਲਦੇ ਹਾਂ। ਪਹਿਲਾਂ ਸਾਨੂੰ ਅੰਦਰ ਗਿਆਨ ਆਉਂਦਾ, ਪਹਿਲਾਂ ਅੰਦਰ ਵਿਚਾਰ ਕਰਦੇ ਹਾਂ ਅਤੇ ਫਿਰ ਬਾਹਰ ਬੋਲਦੇ ਹਾਂ। ਫਿਰ ਉਹ ਰਸਨਾ ਜਿਹੜੀ ਹੈ ਇੱਥੇ ਵੀ ਅਤੇ ਅੱਗੇ ਸੁਹੇਲੀ ਹੋ ਜਾਂਦੀ ਹੈ। ਹਰ ਗੁਣ ਗਾਵਤ ਰਸਨ ਅਮੋਲੀ। ਫਿਰ ਉਹ ਰਸਨਾ ਜਿਹੜੀ ਹੈ ਅਮੋਲ ਬਣ ਜਾਂਦੀ, ਅਮੁੱਲ ਹੋ ਜਾਂਦੀ ਹੈ, ਉਸ ਦਾ ਕੋਈ ਕੀਮਤ ਨਹੀਂ ਹੈ। ਜੋ ਗੁਰ ਸ਼ਬਦ ਹੈ, ਜੋ ਗੁਰ ਦਾ ਗਿਆਨ ਹੈ, ਇਸ ਦੀ ਕੋਈ ਕੀਮਤ ਨਹੀਂ ਹੈ। ਇਸ ਕਰਕੇ ਉਹ ਰਸਨਾ ਅਮੁੱਲ ਹੋ ਜਾਂਦੀ ਹੈ। ਜਿਹੜੇ ਗੁਣ ਨੇ ਉਹ ਅਮੁੱਲ ਨੇ। ਅਮੁੱਲ ਗੁਣ ਅਮੁੱਲ ਵਪਾਰ, ਕਿਸੇ ਮੁੱਲ ਨਹੀਂ ਮਿਲਦੇ। ਮੋਲ ਨਾ ਪਾਈਐ ਗੁਣੇ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਸਾਰਿਆਂ 'ਚ ਉਸ ਦੀ ਜੋਤ ਹੈ। ਤਾਰਿਓ ਸੁਆਮੀ ਓਤ ਪੋਤ, ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ। ਗੁਰ ਦੇ ਗਿਆਨ ਦੁਆਰਾ ਜਿਹੜਾ ਭਰਮ ਖਤਮ ਹੋ ਜਾਂਦਾ ਹੈ, ਫਿਰ ਵਿਸ਼ਵਾਸ ਪੈਦਾ ਹੁੰਦਾ ਜਿਨ੍ਹਾਂ ਦਾ, ਉਹ ਫਿਰ ਉਸ ਨੂੰ ਦੇਖਦੇ ਨੇ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ। ਫਿਰ ਸਾਡਾ ਦੇਖਣ ਕੀ ਹੋ ਜਾਂਦਾ? ਬ੍ਰਹਮ। ਬਨਸਪਤ ਮੌਲੀ ਫਲ ਫੁੱਲ ਪੇਡੇ। ਜਦੋਂ ਦਰਸ਼ਨ ਹੋ ਜਾਂਦੇ ਨੇ, ਕਿੱਥੇ ਤੱਕ? ਸਾਰੇ ਪਾਸੇ ਆਪ ਹੈ। ਬਨਸਪਤੀ 'ਚ ਵੀ ਆਪ ਹੈ, ਜਲ ਵਿੱਚ ਵੀ, ਥਲ ਵਿੱਚ, ਮਈਅਲ ਵਿੱਚ, ਬਨ ਵਿੱਚ, ਪਰਬਤ ਵਿੱਚ, ਹਰ ਥਾਂ 'ਤੇ ਆਪ ਹੈ। ਇਹ ਰਸ ਰਾਤੀ ਬਹੁਰ ਨਾ ਛੋੜੈ। ਫਿਰ ਰਸਨਾ ਉਸ ਪ੍ਰਭੂ ਦੇ ਗੁਣ ਗਾਉਂਦੀ ਹੈ, ਉਸ ਨੂੰ ਹਰ ਥਾਂ ਦੇਖਦਾ ਜੀਵ ਧਿਆਉਂਦਾ ਹੈ, ਅਤੇ ਰਸਨਾ ਫਿਰ ਉਸ ਦਾ ਗਿਆਨ ਦਿੰਦੀ ਹੈ। ਅਤੇ ਇਹ ਰਸ ਛੱਡਦੀ ਨਹੀਂ ਹੈ, ਕਿਉਂਕਿ ਫਿਰ ਉਸ ਪ੍ਰਭੂ ਦੀ ਹੀ ਸਿਫਤ ਸਲਾਹ, ਨਾਮ ਦੀ ਸਿਫਤ ਸਲਾਹ, ਗੁਰ ਦੀ ਸਿਫਤ ਸਲਾਹ, ਗੁਰ ਦਾ ਗਿਆਨ, ਇਹ ਰਸਨਾ ਦਾ ਬਣ ਜਾਂਦਾ ਹੈ। ਆਨ ਰਸ ਕਸ ਲਵੇ ਨਾ ਲਾਈ। ਹੋਰ ਰਸਾਂ ਨੂੰ ਫਿਰ ਇਹ ਨੇੜੇ ਨਹੀਂ ਲਾਉਂਦੀ, ਸਿਰਫ ਅਤੇ ਸਿਰਫ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੀ ਹੈ। ਨਿਰਮਲ ਗੁਣ ਗਾਉਂਦੀ ਹੈ। ਅੰਮ੍ਰਿਤ ਰਸਨਾ ਨਿਰਮਲ, ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਿ ਉਸ ਪ੍ਰਭੂ ਦੇ ਗੁਣ ਗਾਉਂਦੀ ਹੈ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲੈ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਵਿਨਸੈ ਸਭ ਸੰਗ। ਚਰਨ ਚੱਲੋ ਮਾਰ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਕਹੋ ਨਾਨਕ ਗੁਰ ਭਏ ਹੈ ਸਹਾਈ। ਕਦੋਂ? ਇਹ ਸਾਰਾ ਜਦੋਂ ਗੁਰ ਸਹਾਈ ਹੋ ਜਾਂਦਾ, ਗੁਰ ਸੰਗ ਹੋ ਜਾਂਦਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਮਾਲਕ ਇਹ ਖਜ਼ਾਨਾ ਦਿੰਦਾ ਹੈ। ਫਿਰ ਰਸਨਾ ਗੁਰ ਦੀ ਸਿਫਤ ਸਲਾਹ ਕਰਦੀ ਹੈ, ਉਸ 'ਤੇ ਇਸ ਰਸ ਨੂੰ ਫਿਰ ਚੱਖਦੀ ਹੈ। ਫਿਰ ਹੋਰ ਰਸ ਨੇ ਜਿਹੜੇ ਸੰਸਾਰੀ ਵਿਚਾਰਾਂ, ਕਿਸੇ ਜੀਵਾਂ ਦੀ ਉਸਤਤ, ਐਸਾ ਨਹੀਂ। ਸਿਰਫ ਅਤੇ ਸਿਰਫ ਇੱਕ ਪ੍ਰਭੂ ਦੀ ਸਿਫਤ ਸਲਾਹ, ਇੱਕ ਪ੍ਰਭੂ ਦੀ ਉਸਤਤ। ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨ आहे। एक उसके गुण गाओ अनंत, मंतन जाप एक भगवंत। एको एक एक हरा पूर्ण पूरे हो प्रव्याप। अनेक विस्तार एक ते पए, एक हराद प्रास्त गए। मंतन अंतर एक प्रवराता, गुर प्रसाद नानक एक जाता। जान लैंदा गुर दी किरपा दे नाल, फिर उसे दी सिफत सलाह करदी है। आओ अगला शब्द ਆਪਾਂ ਵਿਚਾਰਦੇ ਹਾਂ। ਅਗਲਾ ਸ਼ਬਦ ਵੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਹੈ। ਰਾਓ ਪੰਕਤੀ ਹੈ। ਨਾਮ ਰਤਨ ਕੋ ਵਿਵਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ। ਬਈ ਕੋਈ ਜੀਵ ਜਿਹੜਾ ਹੈ, ਇਸ ਨਾਮ ਰਤਨ ਦਾ ਗਿਆਨ ਦਿੰਦਾ ਹੈ, ਉਸ ਦਾ ਵਿਵਹਾਰ ਬਣ ਜਾਂਦਾ ਹੈ।
ਵਿਰਲੇ ਵਿਰਲੇ ਹੁੰਦੇ ਨੇ ਅਤੇ ਉਹਨਾਂ ਦਾ ਫਿਰ ਭੋਜਨ ਕੀ ਬਣ ਜਾਂਦਾ ਹੈ? ਅੰਮ੍ਰਿਤ। ਅੰਮ੍ਰਿਤ ਕੀ ਹੈ? ਸ਼ਬਦ। ਅੰਮ੍ਰਿਤ ਏਕੋ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਫਿਰ ਰਸਨਾ ਦੁਆਰਾ ਉਸ ਗੁਰ ਸ਼ਬਦ ਦੀ ਸਿਲਸਿਲਾ, ਗੁਰ ਸ਼ਬਦ ਦਾ ਗਿਆਨ ਰਸਨਾ ਦਿੰਦੀ ਹੈ। ਇਹ ਰਸਨਾ ਦਾ ਫਿਰ ਭੋਜਨ ਹੈ। ਅੰਮ੍ਰਿਤ ਭੋਜਨ ਕਰੇ ਆਹਾਰੀ, ਇਸ ਨੂੰ ਆਪਣਾ ਭੋਜਨ ਬਣਾ ਲੈਂਦੀ ਹੈ। ਪਰ ਕਦੋਂ? ਜਦੋਂ ਕੋਈ ਇਹ ਵਿਵਹਾਰ ਕਰਦਾ ਹੈ। ਨਾਮ ਰਤਨ, ਜਦੋਂ ਮਾਲਕ ਇਹ ਖਜ਼ਾਨਾ ਦਿੰਦਾ ਹੈ, ਇਹ ਫਿਰ ਵਿਵਹਾਰ ਕਰਦਾ। ਕਿੰਨੇ ਕੁ ਹੁੰਦੇ ਨੇ ਇਸ ਦੇ ਵਪਾਰੀ? ਵਿਵਹਾਰੀ ਵਿਰਲੇ ਨੇ। ਹੁਣ ਸਮਝਾਉਂਦੇ ਨੇ, ਸ਼ਬਦ ਸ਼ੁਰੂ ਕਰਦੇ ਨੇ। ਮਨ ਮੰਦਰ ਤਨ ਸਾਜੀ ਬਾਰ। ਤਨ ਜਿਹੜਾ ਹੈ ਆਪਣਾ, ਇੱਕ ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਘਰ ਬਣਾ ਲਈਏ, ਉਸ ਦੇ ਆਲੇ ਦੁਆਲੇ ਬਗਲ ਕਰ ਦਿੰਦੇ ਹਾਂ ਜਾਂ ਬਾੜ ਕਰ ਦਿੰਦੇ ਹਾਂ, ਇੱਦਾਂ ਤਨ ਸਾਡਾ ਇੱਕ ਵਾਰ ਦੀ ਨਿਆਈ ਹੈ ਅਤੇ ਮਨ ਜਿਹੜਾ ਹੈ ਮੰਦਰ ਹੈ। ਇਸ ਹੀ ਮਦੇ ਬਸਤ ਅਪਾਰ। ਮਨ ਦੇ ਵਿੱਚ ਫਿਰ ਮਾਲਕ ਵਸਦਾ ਜੋ ਅਪਾਰ ਹੈ, ਕਿਉਂਕਿ ਮਨ ਦੇ ਵਿੱਚ ਵਸਣਾ ਹੈ। ਮਨ ਮੰਦਰ ਹੈ। ਜਿਵੇਂ ਆਪਾਂ ਦੇਖਦੇ ਹਾਂ ਆਪਣਾ ਇੱਕ ਦਾਇਰਾ ਹੈ ਘਰ ਦਾ, ਲੇਕਿਨ ਆਪਾਂ ਕਿੱਥੇ ਵਸਦੇ? ਘਰ ਦੇ ਵਿੱਚ। ਇੱਦਾਂ ਹੀ ਮਾਲਕ ਮਨ ਦੇ ਵਿੱਚ ਵਸਦਾ ਹੈ। ਮਨ ਵੀ ਪ੍ਰਕਾਸ਼ ਹੋ ਜਾਂਦਾ। ਪ੍ਰਭੂ ਅਪਾਰ ਹੈ, ਪ੍ਰਕਾਸ਼ ਵਿੱਚ ਵਸਦਾ ਹੈ, ਕਿਉਂਕਿ ਪ੍ਰਕਾਸ਼ ਅਸਥੂਲ ਦੇ ਵਿੱਚ ਨਹੀਂ ਵਸਦਾ। ਇਸ ਹੀ ਪੀਤਰ ਸੁਣੀਐ ਸਾ। ਇੱਥੇ ਫਿਰ ਉਸ ਮਾਲਕ ਤੋਂ ਆਪਾਂ ਜੋ ਪਰਮੇਸ਼ਰ ਹੈ ਉਸ ਦਾ ਗਿਆਨ ਲੈ ਸਕਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚ ਮਨ ਵਿੱਚ ਬੈਠ ਕੇ ਫਿਰ ਆਪ ਹੀ ਸਾਨੂੰ ਗਿਆਨ ਵੀ ਦਿੰਦਾ ਹੈ। ਕਵਨ ਵਪਾਰੀ ਜਾ ਕਾ ਊਹਾ ਵਿਸਾ। ਜਿਹੜਾ ਵਪਾਰੀ, ਜਿਹੜਾ ਉੱਥੇ ਵਸਦਾ ਹੈ, ਜਿਹਦਾ ਮਨ ਮੰਦਰ ਬਣਿਆ ਹੈ, ਜਿਸ ਦੇ ਮਨ ਵਿੱਚ ਹਰੀ ਵਸਿਆ ਹੈ, ਫਿਰ ਉੱਥੋਂ ਆਪਾਂ, ਕਿਉਂਕਿ ਹਰੀ ਫਿਰ ਆਪ ਆਪਣੇ ਜਨਾਂ ਦੀ ਰਸਨਾ ਤੋਂ ਬੋਲਦਾ ਹੈ, ਗਿਆਨ ਦਿੰਦਾ ਹੈ। ਆਪ ਪਾਤਸ਼ਾਹ ਹੈ, ਸੱਚਾ ਸ਼ਾਹ ਹੈ। ਆਪ ਹੀ ਫਿਰ ਸਾਨੂੰ ਇੱਕ ਖਜ਼ਾਨਾ ਦਿੰਦਾ, ਆਪਣੇ ਜਨਾਂ ਦੁਆਰਾ ਬੋਲਦਾ ਹੈ। ਕੋਈ ਵਿਰਲਾ ਵਿਰਲਾ ਜੀਵ ਹੁੰਦਾ ਹੈ। ਤਨ ਮਨ ਅਰਪੀ ਸੇਵ ਕਰੀਜੈ। ਮਨ ਤਨ ਅਰਪੀ ਸੇਵ ਕਰੀਜੈ। ਉਹ ਸੇਵਾ ਕਦੋਂ ਸ਼ੁਰੂ ਹੁੰਦੀ? ਜਦੋਂ ਆਪਾਂ ਮਨ ਤੇ ਤਨ ਦੋਨੋਂ ਅਰਪ ਦਿੰਦੇ ਹਾਂ। ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਜਦੋਂ ਆਪਾਂ ਮਨ ਤਨ ਸੌਂਪ ਦਿੰਦੇ ਹਾਂ, ਫਿਰ ਉਸ ਦੀ ਸੇਵਾ ਕੀਤੀ ਜਾਂਦੀ ਹੈ, ਕਿਉਂਕਿ ਫਿਰ ਆਪ ਬੋਲਦਾ ਹੈ। ਜਦ ਤੱਕ ਅਸੀਂ ਆਪਣੀ ਮਤ ਨਹੀਂ ਛੱਡਦੇ, ਆਪਾਂ ਮਨ ਤਨ ਨਹੀਂ ਸੌਂਪਦੇ, ਅਤੇ ਸਾਨੂੰ ਆਪਣੀ ਸੇਵਾ ਦੇ ਵਿੱਚ ਨਹੀਂ ਲਾਉਂਦਾ। ਕਵਨ ਸੋ ਜੁਗਤ ਜਿਤ ਘਰ ਪੀਜੈ। ਉਹ ਕਿਹੜੀ ਜੁਗਤ ਹੈ ਜਿਹਦੇ ਦੁਆਰਾ ਪ੍ਰਭੂ ਖੁਸ਼ ਹੁੰਦਾ ਹੈ, ਮਨ ਪ੍ਰਭੂ 'ਚ ਭਿੱਜਦਾ ਹੈ ਅਤੇ ਪ੍ਰਭੂ ਮਨ ਦੇ ਵਿੱਚ ਵਸ ਜਾਂਦਾ ਹੈ। ਪਾਏ ਲੱਗੋ ਤਜ ਮੇਰਾ ਤੇਰਾ। ਕਹਿੰਦੇ ਗੁਰ ਦੇ ਚਰਨੀ ਲੱਗਣਾ ਹੈ, ਪਰ ਮੇਰਾ ਤੇਰਾ ਛੱਡ ਕੇ, ਕਿਉਂਕਿ ਮੇਰਾ ਹੈ ਹੀ ਨਹੀਂ। ਜਦੋਂ ਆਪਾਂ ਸੌਂਪ ਹੀ ਮਨ ਤੇ ਤਨ ਉਸ ਨੂੰ ਦੇ ਦਿੱਤਾ, ਫਿਰ ਮੇਰਾ ਤੇਰਾ ਨਹੀਂ ਹੈ, ਫਿਰ ਸਾਰਾ ਕੁਛ ਉਸ ਦਾ ਹੈ। ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਜਦ ਮੈਂ ਤੈਨੂੰ ਸਾਰਾ ਕੁਛ ਸੌਂਪ ਹੀ ਦਿੱਤਾ, ਫਿਰ ਮੇਰਾ ਕੁਛ ਨਹੀਂ ਹੈ, ਜੋ ਵੀ ਹੈ ਤੇਰਾ ਹੈ। ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਜਦੋਂ ਸੌਂਪ ਦਿੱਤਾ, ਫਿਰ ਮੇਰਾ ਤੇਰਾ ਨਹੀਂ। ਫਿਰ ਜੇ ਮੇਰਾ ਤੇਰਾ ਹੈ ਤੇ ਫਿਰ ਆਪਾਂ ਨੂੰ ਆਪਣੀ ਸੇਵਾ ਦੇ ਵਿੱਚ ਨਹੀਂ ਲਾਉਂਦਾ।
ਕਵਨ ਸੋ ਜਨ ਸੋ ਜੋ ਸੌਦਾ ਜੋੜੈ। ਕੋਈ ਵਿਰਲਾ ਵਿਰਲਾ ਹੁੰਦਾ ਹੈ ਜਿਹੜਾ ਇਹ ਸੌਦਾ ਜੋੜਦਾ ਹੈ, ਜਿਹੜਾ ਆਪਾ ਸਮਰਪਿਤ ਕਰਦਾ ਹੈ। ਕੋਈ ਵਿਰਲਾ ਹੁੰਦਾ ਹੈ। ਮਹਿਲ ਸ਼ਾਹ ਕਾ ਕਿਨ ਬਿਦ ਪਾਵੈ। ਤੇ ਫਿਰ ਉਹ ਜੀਵ ਸਾਨੂੰ ਦੱਸਦੇ ਨੇ ਕਿ ਆਪਾਂ ਉਸ ਸ਼ਾਹ ਜੋ ਅੰਦਰ ਵਸਦਾ ਸਾਰਿਆਂ ਦੇ ਮਨ ਦੇ ਵਿੱਚ, ਕਿ ਕਿਹੜੀ ਵਿਧੀ ਹੈ ਜਿਹਦੇ ਦੁਆਰਾ ਆਪਾਂ ਉਸ ਮਹਿਲ ਨੂੰ ਪ੍ਰਾਪਤ ਕਰੀਏ ਜਿੱਥੇ ਮਨ ਦੇ ਵਿੱਚ ਹਰੀ ਵਸਦਾ ਹੈ। ਕਵਨ ਸੁ ਵਿਦ ਜਿਤ ਭੀਤਰ ਬੁਲਾਵੇ। ਉਹ ਕਿਹੜੀ ਵਿਧ ਹੈ ਕਿ ਸਾਨੂੰ ਆਪ ਮਾਲਕ ਭੀਤਰ ਬੁਲਾਉਂਦਾ, ਸਹਿਜ ਗੁਫਾ ਦੇ ਵਿੱਚ ਬੁਲਾਉਂਦਾ ਹੈ। ਆਵਾਜ਼ ਦੇ ਕੇ ਆਪਣੇ ਜਨਾਂ ਦੇ ਰਸਨਾ ਤੋਂ ਬੈਠ ਕੇ ਸਾਨੂੰ ਬੁਲਾਉਂਦਾ ਹੈ ਕਿ ਹੁਣ ਤੁਸੀਂ ਧਿਆਨ ਦੁਆਰਾ ਇਸ ਦਰ 'ਤੇ ਆਓ, ਹੁਣ ਤੁਸੀਂ ਇੱਥੇ ਸਾਹਮਣੇ ਆਓ। ਆਪ ਸਾਨੂੰ ਬੁਲਾਉਂਦਾ ਉਹ ਕਿਹੜੀ ਵਿਧ ਹੈ। ਤੂੰ ਬੜਸਾ ਜਾ ਕੇ ਕੋਟ ਵਣਜਾਰੇ। ਉਹ ਵੱਡਾ ਸ਼ਾਹ ਹੈ ਜਿਹਦੇ ਕਰੋੜਾਂ ਵਣਜਾਰੇ ਜਿਹੜੇ ਇਹ ਸੌਦਾ ਲੈਣ ਵਾਲੇ ਨੇ, ਤੇ ਸ਼ਾਹ ਹੈ ਉਹ ਦੇਣ ਵਾਲਾ ਹੈ। ਕਵਨ ਸੁਦਾਤਾ ਲੈ ਸੰਚਾਰੇ। ਕਿਹੜੀ ਦਾਤ ਹੈ ਜਿਹੜੀ ਲੈਣੀ ਹੈ ਉਸ ਪ੍ਰਭੂ ਤੋਂ, ਫਿਰ ਅੱਗੇ ਦੇਣੀ ਹੁੰਦੀ ਹੈ, ਕਿਉਂਕਿ ਉਹ ਸਾਨੂੰ ਪਹਿਲਾਂ ਇੱਕ ਖਜ਼ਾਨਾ ਦਿੰਦਾ, ਫਿਰ ਅਸੀਂ ਅੱਗੇ ਦਿੰਦੇ ਹਾਂ। ਸਮਝਾਉਂਦੇ ਨੇ ਅੱਗੇ, ਖੋਜਤ ਖੋਜਤ ਨਿਜ ਘਰ ਪਾਇਆ, ਅਮੋਲ ਰਤਨ ਸਾਚ ਦਿਖਲਾਇਆ। ਦੱਸਦੇ ਕਹਿੰਦੇ ਖੋਜਦੇ ਖੋਜਦੇ ਫਿਰ ਨਿਜ ਘਰ ਦੀ ਪ੍ਰਾਪਤੀ ਹੋਈ, ਜਿੱਥੇ ਨਿਜ ਘਰ ਦੇ ਵਿੱਚ ਉਹ ਵਸਦਾ ਹੈ। ਅਮੋਲ ਰਤਨ ਸਾਚ ਦਿਖਲਾਇਆ। ਉਹ ਰਤਨ ਕਿਹੜਾ? ਅਮੁੱਲ। ਅਮੁੱਲ ਰਤਨ ਜਿਹੜਾ ਹੈ, ਗੁਰ ਦਾ ਸ਼ਬਦ ਜਿਹੜਾ ਹੈ ਉਹ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਪਰ ਕਿਸੇ ਕੀਮਤ 'ਤੇ ਨਹੀਂ ਮਿਲਦਾ। ਸਾਧੂ ਜਨਾਂ ਤੋਂ ਮਿਲਦਾ, ਜਿੱਥੇ ਉਹ ਸਾਤੋਂ ਕੋਈ ਕੀਮਤ ਨਹੀਂ ਲੈਂਦੇ, ਕਿਉਂਕਿ ਉਸਦੀ ਕੋਈ ਕੀਮਤ ਨਹੀਂ ਹੈ। ਜੇ ਕੀਮਤ ਲਵਾਂਗੇ ਫਿਰ ਉਹ ਰਤਨ ਨਹੀਂ ਹੈ। ਜਿਹਦੇ ਕੋਲ ਇਹ ਰਤਨ ਹੈ ਉਹ ਵਪਾਰੀ ਵੀ ਅਮੁੱਲ ਹੁੰਦਾ ਹੈ। ਜਿਹਦੇ ਕੋਲ ਗੁਣ ਨੇ ਅਮੁੱਲ, ਉਹਦਾ ਵਪਾਰੀ ਵੀ ਅਮੁੱਲ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ, ਵਪਾਰੀ ਅਮੁੱਲ ਭੰਡਾਰ। ਵਪਾਰੀ ਵੀ ਅਮੁੱਲ, ਭੰਡਾਰ ਵੀ ਅਮੁੱਲ ਹੈ। ਇਸ ਕਰਕੇ ਸਮਝਾਉਂਦੇ ਨੇ ਉਸ ਸ਼ਬਦ ਦੁਆਰਾ ਫਿਰ ਸਾਨੂੰ ਉਹ ਸੱਚ ਦੀ ਸੋਝੀ ਹੁੰਦੀ ਹੈ। ਕਰ ਕਿਰਪਾ ਜਬ ਮੇਲੇ ਸਾਹੇ, ਕਹੋ ਨਾਨਕ। ਕਰ ਕਿਰਪਾ ਜਬ ਮੇਲੇ ਸਾਹ, ਕਹੋ ਨਾਨਕ ਗੁਰ ਕੈ ਬੇਸਾ। ਗੁਰ ਦਾ ਜਦੋਂ ਗਿਆਨ ਲੈ ਕੇ ਆਪਾਂ ਭਰੋਸਾ ਕਰਕੇ, ਵਿਸ਼ਵਾਸ ਕਰਕੇ ਕਰਦੇ ਹਾਂ, ਫਿਰ ਸਾਨੂੰ ਆਪ ਕਿਰਪਾ ਕਰਕੇ ਮਿਲ ਲੈਂਦਾ ਹੈ। ਜੇ ਸਾਨੂੰ ਗੁਰ 'ਤੇ ਵਿਸ਼ਵਾਸ ਨਹੀਂ, ਇਹ ਬਿਧ ਕੀ ਹੈ? ਗੁਰ। ਜਿਹੜੇ ਸਵਾਲ ਨੇ ਪਹਿਲਾਂ, ਗੁਰ ਹੀ ਸਾਡੇ ਵਾਸਤੇ ਸਾਰਾ ਕੁਛ ਹੈ। ਗੁਰ ਦੁਆਰਾ ਹੀ ਆਪਾਂ ਜਦੋਂ ਗੁਰ 'ਤੇ ਭਰੋਸਾ ਕਰਦੇ ਹਾਂ, ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦਾ ਏਕੋ ਹੋਏ। ਉਹੀ ਭਗਤ ਹੈ ਸੰਸਾਰ ਦੇ ਵਿੱਚ ਜਿਹਦੇ ਹਿਰਦੇ 'ਚ ਇੱਕ ਪਰਮੇਸ਼ਰ ਹੀ ਵਸਦਾ ਹੈ, ਦੂਜਾ ਨਹੀਂ। ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦਾ ਸੱਚ ਮੁਖ ਕਹਿਤ, ਸਾਚੀ ਦ੍ਰਿਸ਼ਟੀ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਫਿਰ ਜੀਵ ਸੱਚ ਸਮਾਉਂਦਾ ਹੈ, ਜਿਸ ਨੂੰ ਗੁਰ ਦੀ ਪ੍ਰਤੀਤ ਹੈ, ਗੁਰ 'ਤੇ ਭਰੋਸਾ ਹੁੰਦਾ ਹੈ। ਇਹ ਵਿਧ ਹੈ। ਫਿਰ ਉਹ ਆਪ ਕਿਰਪਾ ਕਰਕੇ ਸਾਨੂੰ ਮਿਲਾ ਲੈਂਦਾ ਹੈ। ਆਪਣੀ ਮੱਤ ਦੁਆਰਾ ਜੀਵ ਨਹੀਂ ਮਿਲ ਸਕਦਾ।
आओ अगला शब्द गौड़ी महला पंजवा गुआरे री। और हो पंक्ति पहला समझ लीए। हर संग राते मन तन हरे। मन तन दोनों हरे भरे खुशहाल हो जाते ने। जिवें पौधा कोई मुरझाया हुंदा पानी तो बिना, पानी मिल जाता है तो फिर हरिया भरिया हो जाता है। इदां साडा मन भी उस प्रभु दे नाम तो बिना एक सुक्की लकड़ दी न्याई है। तो जदों मन नूं परम पद प्राप्त हो जाता है फिर ये सुक्की लकड़ हरी भरी हो जाती है। इस करके समझाउंदे ने हर संग राते मन तन हरे, पूरे गुर की सरनी परे। पर कदों होए सारा कुछ जदों पूरे गुर की शरण दे विच जांदे हां ते उत्थे जाण दे नाल मन तन फिर उहदे रंग च रत्ते जांदे ने, मन तन हरिया भरिया हो जाता है। गुर दी गुर प्रसाद परम पद पाया, सूके काष्ट हरिया। आओ हुण शब्द नूं विचारदे हां, शुरू करदे हां। रैन दिनस रहे एक रंगा। ਜਿਹੜਾ ਜੀ ਪੂਰੇ ਗੁਰ ਦੀ ਛਾਨ ਵਿੱਚ ਚਲੇ ਜਾਂਦਾ ਹੈ, ਮਨ ਤਨ ਰਤਿਆ ਜਾਂਦਾ, ਹਰਿਆ ਭਰਿਆ ਹੋ ਜਾਂਦਾ ਹੈ, ਫਿਰ ਉਹ ਕਿਵੇਂ ਵਿਚਰਦਾ ਹੈ ਸੰਸਾਰ ਦੇ ਵਿੱਚ, ਕਿਹੋ ਜਿਹਾ ਜੀਵਨ ਹੋ ਜਾਂਦਾ ਹੈ। ਰੈਣ ਦਿਨਸ ਰਹਿ ਇੱਕ ਰੰਗਾ। ਦਿਨ ਰੈਣ ਇੱਕ ਹੀ ਉਸ ਪ੍ਰਭੂ ਦੇ ਰੰਗ ਦੇ ਵਿੱਚ ਮਨ ਰੰਗਿਆ ਰਹਿੰਦਾ ਹੈ। ਪ੍ਰਭ ਕੋ ਜਾਣੈ ਸਦ ਹੀ ਸੰਗਾ। ਤੇ ਪ੍ਰਭੂ ਨੂੰ ਸਦਾ ਸੰਗ ਦੇਖਦਾ ਹੈ, ਸਦਾ ਸੰਗ ਜਾਣਦਾ ਹੈ ਸਾਰਿਆਂ ਦੇ ਸਦਾ ਸੰਗ, ਲੇਕਿਨ ਇਕਨਾਂ ਨੂੰ ਗੁਪਤ ਹੈ ਤੇ ਉਹ ਇਕਨਾਂ ਨੂੰ ਪ੍ਰਗਟ ਹੋ ਜਾਂਦਾ। ਉਹ ਉਸ ਨੂੰ ਸਦਾ ਦੇਖਦੇ ਨੇ। ਇੱਕ ਆਪਾਂ ਜਿਵੇਂ ਸਮਝ ਲੈਂਦੇ ਹਾਂ ਕਿ ਆਪਾਂ ਉਸ ਨੂੰ ਨੇੜੇ ਮਹਿਸੂਸ ਕਰਨਾ ਹੈ, ਇੱਥੇ ਦੇਖਣਾ ਹੈ, ਜਾਣਨਾ ਹੈ, ਉਸ ਨੂੰ ਸਾਹਮਣੇ ਹਰ ਥਾਂ 'ਤੇ ਸਾਨੂੰ ਨਜ਼ਰ ਆਏਗਾ। ਠਾਕਰ ਨਾਮ ਕਿਉ ਉਨ ਬਰਤਨ। ਜਿਹੜੇ ਜੀ ਫਿਰ ਇੱਕ ਉਸ ਪ੍ਰਭੂ ਦੇ ਰੰਗ 'ਚ ਰੰਗੇ ਰਹਿੰਦੇ ਨੇ, ਉਸ ਨੂੰ ਸਦਾ ਸੰਗ ਜਾਣਦੇ ਨੇ, ਉਹ ਸਦਾ ਪ੍ਰਗਟ ਰਹਿੰਦਾ ਹੈ, ਸਾਹਮਣੇ ਰਹਿੰਦਾ ਹੈ। ਇਸ ਨੂੰ ਮਹਾਰਾਜ ਸਮਝਾਉਂਦੇ ਨੇ, ਆਠ ਪਹਿਰ ਪ੍ਰਭਸ ਹੈ ਹਜੂਰੇ। ਸਦਾ 8 ਪਹਿਰ ਸਾਹਮਣੇ ਹੈ। ਫਿਰ ਉਹਨਾਂ ਜੀਵਾਂ ਨੂੰ ਪਰਮੇਸ਼ਰ ਬਰਤਨ ਨੂੰ ਨਾਮ ਦਿੰਦਾ ਹੈ ਕਿ ਆ ਖਜ਼ਾਨਾ ਲਓ, ਹੁਣ ਤੁਸੀਂ ਇਸ ਨਾਮ ਨੂੰ ਆਪ ਵੀ ਵਰਤੋ, ਦੂਜਿਆਂ ਨੂੰ ਵੀ ਵਰਤਾਓ। ਤ੍ਰਿਪਤ ਅਗਾਵਨ ਹਰ ਕੇ ਦਰਸ਼ਨ। ਹਰੀ ਦੇ ਦਰਸ਼ਨ ਕਰਦੇ ਨੇ ਮਨ ਤ੍ਰਿਪਤ ਹੋ ਜਾਂਦਾ ਹੈ। ਹੋਰ ਸਾਰੀਆਂ ਮਨ ਦੇ ਵਿੱਚੋਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ। ਫਿਰ ਇਹ ਮਾਲਕ ਇਹ ਖਜ਼ਾਨਾ ਦਿੰਦਾ ਹੈ, ਕਿਉਂਕਿ ਜੇ ਹੋਰ ਭੁੱਖਾਂ ਨੇ ਫਿਰ ਅਸੀਂ ਇਸ ਨੂੰ ਮਾਇਆ ਦੇ ਵਾਸਤੇ ਵਰਤਾਂਗੇ, ਫਿਰ ਅਸੀਂ ਇਸ ਦੀ ਕੀਮਤ ਲਾਵਾਂਗੇ। ਲੇਕਿਨ ਇਹ ਖਜ਼ਾਨਾ ਅਮੁੱਲ ਹੈ। ਜਿਹੜੇ ਉਸ ਦੇ ਭੈ 'ਚ ਰਹਿੰਦੇ ਨੇ, ਉਸ ਨੂੰ ਸਦਾ ਸੰਗ ਦੇਖਦੇ ਨੇ, ਉਸ ਦੇ ਦਰਸ਼ਨ ਕਰਦੇ ਨੇ, ਮਨ ਤ੍ਰਿਪਤ ਹੈ। ਫਿਰ ਉਹਨਾਂ ਨੂੰ ਬਰਤਨ ਦੇ ਵਾਸਤੇ ਇਹ ਨਾਮ ਦਿੰਦਾ ਹੈ। ਭਗਤ ਜਨਾ ਕੈ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, हर के नाम उदरे जन कोट। हर जस करत संत दिन रात, हर हर औखद साध कमात। हर जन के हर नाम निदान, पार ब्रह्म जन कीनो दान। उस नूं खजाना देंदा अपने जनां नूं आप मालक ये देंदा है। इस करके समझाउंदे ने कि वो फिर हरि दे दर्शन करते ने, उन्हां नूं आप मालक ਇਹ ਬਰਤਨ ਦੇ ਵਾਸਤੇ ਨਾਮ ਦਾ ਖਜ਼ਾਨਾ ਦਿੰਦਾ ਹੈ। ਚਰਨ ਕਮਲ ਆਤਮ ਆਧਾਰ। ਫਿਰ ਮਨ ਆਤਮ ਦੇ ਵਿੱਚ ਸਮਾਉਂਦਾ ਹੈ। ਗੁਰ ਦੇ ਗਿਆਨ ਨੂੰ ਮਨ 'ਚ ਵਸਾ ਕੇ ਮਨ ਦਾ ਆਪਾ ਖਤਮ ਹੋ ਜਾਂਦਾ। ਆਪਾ ਖਤਮ ਕਿ ਮਨ ਪ੍ਰਕਾਸ਼ ਹੋ ਜਾਂਦਾ, ਅਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਹੈ। ਅਤੇ ਪ੍ਰਕਾਸ਼ ਫਿਰ ਜਾ ਕੇ
ਆਤਮ ਪ੍ਰਕਾਸ਼ ਹੈ ਤੇ ਪਰਮੇਸ਼ਰ ਪ੍ਰਕਾਸ਼ ਹੈ। ਆਤਮ 'ਚ ਸਮਾਉਂਦਾ ਹੈ, ਆਤਮ ਰੂਪ ਹੋ ਜਾਂਦਾ ਹੈ। ਏਕ ਨਿਹਾਰ ਹੈ ਆਗਿਆਕਾਰ, ਫਿਰ ਉਸੇ ਨੂੰ ਦੇਖਦਾ ਹੈ, ਨਿਹਾਰ ਹੁੰਦਾ ਤੇ ਉਸੇ ਦੀ ਆਗਿਆ ਦੇ ਵਿੱਚ, ਫਿਰ ਆਤਮ ਦੀ ਆਗਿਆ ਦੇ ਵਿੱਚ ਚੱਲਦਾ ਹੈ। ਫਿਰ ਸਾਡੇ ਰਸਨਾ ਤੋਂ ਆਤਮ ਬੋਲਦਾ ਹੈ, ਸਤਿਗੁਰ ਬੋਲਦਾ ਹੈ। ਫਿਰ ਸਾਡਾ ਸਰੀਰ, ਸਾਡੀ ਰਸਨਾ, ਸਾਡੇ ਹੱਥ ਪੈਰ, ਇਹ ਸਾਰੇ ਕੁਛ ਉਸ ਦੀ ਆਗਿਆ ਦੇ ਵਿੱਚ ਚੱਲਦੇ ਨੇ। ਇੱਕੋ ਵਣਜ ਇੱਕੋ ਵਿਵਹਾਰੀ, ਫਿਰ ਇੱਕ ਹੀ ਵਣਜ ਕਰਦੇ ਨੇ, ਇੱਕ ਹੀ ਵਿਵਹਾਰ ਹੈ ਸਾਰਿਆਂ ਨੂੰ, ਇੱਕੋ ਸ਼ਬਦ ਦਾ ਗਿਆਨ ਦਿੰਦੇ ਨੇ, ਇੱਕੋ ਗੁਰ ਦਾ ਉਪਦੇਸ਼ ਹੈ। ਏਕਾ ਬਾਣੀ ਏਕੋ ਗੁਰ, ਏਕਾ ਸ਼ਬਦ ਵਿਚਾਰ, ਇੱਕੋ ਸ਼ਬਦ ਹੀ ਵਿਚਾਰ ਹੈ। ਅਵਰ ਨਾ ਜਾਣੈ ਅਵਰ ਨਾ ਜਾਣੈ ਬਿਨ ਨਿਰੰਕਾਰੀ, ਹੋਰ ਨਹੀਂ ਕਿਸੇ ਨੂੰ ਜਾਣਦਾ, ਬਿਨਾਂ ਨਿਰੰਕਾਰ ਤੋਂ ਹੋਰ ਨਹੀਂ ਕਿਸੇ ਨੂੰ ਜਾਣਦਾ। ਪਰਮੇਸ਼ਰ ਵੀ ਨਿਰੰਕਾਰ, ਉਸ ਦਾ ਨਾਮ ਵੀ ਨਿਰੰਕਾਰ। ਤੇ ਸਾਡੇ ਮਨ ਦੀ ਜਦੋਂ ਦੁਬਿਧਾ ਖਤਮ ਹੋ ਜਾਂਦੀ ਹੈ, ਮਨ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਪ੍ਰਕਾਸ਼ ਰੂਪ ਹੋ ਜਾਂਦਾ, ਫਿਰ ਮਨ ਵੀ ਨਿਰੰਕਾਰ ਰੂਪ ਹੋ ਜਾਂਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਦੁਬਿਧਾ ਛੋੜ ਪਏ ਨਿਰੰਕਾਰੀ। ਮਨ ਵੀ ਨਿਰੰਕਾਰ ਪ੍ਰਕਾਸ਼ ਰੂਪ, ਆਤਮ ਵੀ ਪ੍ਰਕਾਸ਼ ਰੂਪ ਤੇ ਪਰਮੇਸ਼ਰ ਵੀ ਪ੍ਰਕਾਸ਼ ਰੂਪ, ਫਿਰ ਹੋਰ ਨਹੀਂ ਕਿਸੇ ਨੂੰ ਜਾਣਦਾ। ਹਰਖ ਸੋਗ ਦੂਹੋਂ ਤੇ ਮੁਕਤੇ, ਫਿਰ ਖੁਸ਼ੀ ਆਵੇ ਗਮੀ ਆਵੇ, ਦੋਨਾਂ ਤੋਂ ਮਨ ਨਿਰਲੇਪ ਰਹਿੰਦਾ ਹੈ। ਸਦਾ ਅਲਿਪਤ ਜੋਗ ਅਰ ਜੁਗਤੇ, ਜਦੋਂ ਮਨ ਸਦਾ ਅਲਿਪਤ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਫਿਰ ਆਪ ਵੀ ਜੁੜਿਆ ਰਹਿੰਦਾ ਹੈ ਤੇ ਦੂਜਿਆਂ ਨੂੰ ਵੀ ਜੁਗਤ ਦਿੰਦਾ ਹੈ। ਕਿਉਂਕਿ ਜੁਗਤ ਦੇਣੀ ਇਹ ਸੇਵਾ ਹੈ ਮਾਲਕ ਦੀ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੋਂ ਆਪ ਕਰਾਏ। ਜਿਸ ਤੋਂ ਆਪ ਕਰਾਉਂਦਾ ਹੈ, ਫਿਰ ਉਹਦੀ ਸੇਵਾ ਹੈ ਮੁਕਤੀ ਦੀ ਜੁਗਤੀ ਦਾ ਗਿਆਨ ਦੇਣਾ। ਪਹਿਲਾਂ ਖਜ਼ਾਨਾ ਪ੍ਰਾਪਤ ਕਰਨਾ, ਫਿਰ ਉਹਦਾ ਗਿਆਨ ਦੇਣਾ, ਭੋਗਣਾ ਵੀ, ਦੂਜਿਆਂ ਨੂੰ ਵੀ ਦੱਸਣਾ। ਇਹ ਸੇਵਾ ਹੈ ਮਾਲਕ ਦੀ, ਪਰ ਉਹ ਕਰਦਾ ਹੈ ਜਿਸ ਤੋਂ ਆਪ ਪ੍ਰਭੂ ਕਰਵਾਉਂਦਾ ਹੈ। ਦੀਸੈ ਸਭ ਮੈਂ ਸਭ ਤੇ ਰਹਤੇ, ਸਾਰਿਆਂ ਦੇ ਵਿੱਚ ਹੀ ਰਹਿੰਦੇ ਨੇ, ਲੇਕਿਨ ਫਿਰ ਵੀ ਵਿੱਚ ਰਹਿ ਕੇ ਵੀ ਸਭ ਤੋਂ ਨਿਰਲੇਪ ਰਹਿੰਦੇ ਨੇ, ਕਿਉਂਕਿ ਮਾਲਕ ਦੇ ਨਾਲ ਜੁੜਿਆ ਰਹਿੰਦਾ ਹੈ, ਮਨ ਬਿਸਮਾਦ ਰਹਿੰਦਾ ਹੈ, 10ਵੇਂ ਦੁਆਰ 'ਚ ਵਸਦਾ ਹੈ, 9 ਦਰਾਂ ਤੋਂ ਨਿਰਲੇਪ ਹੈ। ਪਾਰ ਬ੍ਰਹਮ ਕਾ ਓਏ ਧਿਆਨ ਧਰਤੇ, ਫਿਰ ਉਹ ਪਾਰ ਬ੍ਰਹਮ ਦਾ ਧਿਆਨ ਧਰਦੇ ਨੇ, ਫਿਰ ਉਹਦਾ ਦੇਖਣ ਹੀ ਪਾਰ ਬ੍ਰਹਮ ਬਣ ਜਾਂਦਾ ਹੈ। ਉਹਨਾਂ ਦੇ ਹਿਰਦੇ 'ਚ ਸਾਰੇ ਧਰਮ ਆਉਂਦੇ ਨੇ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦਾ ਸਭ ਧਰਮ, ਸੰਤ ਜਨਾਂ ਸੁਣੋ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ। ਫਿਰ ਜੋ ਵੀ ਹੁੰਦਾ ਉਸ ਨੂੰ ਸੁੱਖ ਕਰਕੇ ਮੰਨਦੇ ਨੇ। ਕਰਨ ਕਰਾਵਨ ਹਰ ਪ੍ਰਭ ਜਾਨੈ, ਅੰਤਰ ਬਸੈ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਫਿਰ ਸਾਰੇ ਉਹੀ ਵਸਦਾ ਹੈ। ਸੰਤਨ ਕੀ ਮਹਿਮਾ ਕਵਨ ਬਖਾਨੋ, ਹੁਣ ਐਸੇ ਸੰਤਾਂ ਦੀ ਜਿਹੜੀ ਮਹਿਮਾ ਹੈ ਕੋਈ ਸਾਨੂੰ ਨਹੀਂ ਦੱਸ ਸਕਦਾ। ਜਿਵੇਂ ਸਾਧ ਦੀ ਮਹਿਮਾ ਹੈ, ਸਾਧ ਦੀ ਮਹਿਮਾ ਕੋਈ ਨਹੀਂ ਕਰ ਸਕਦਾ, ਗੁਰ ਦੀ ਮਹਿਮਾ ਕੋਈ ਨਹੀਂ ਕਰ ਸਕਦਾ, ਸੰਤਾਂ ਦੀ ਮਹਿਮਾ ਵੀ ਕੋਈ ਨਹੀਂ ਕਰ ਸਕਦਾ। ਪਰ ਜਿਹੜੇ ਸੰਤ ਉਸ ਪ੍ਰਭੂ ਦਾ ਧਿਆਨ ਧਰਦੇ ਨੇ ਤੇ ਇਸ ਤੋਂ ਨਿਰਲੇਪ ਰਹਿੰਦੇ ਨੇ, ਦੁੱਖ ਸੁੱਖ ਤੋਂ, ਤ੍ਰੈ ਗੁਣਾ ਤੋਂ ਨਿਰਲੇਪ ਰਹਿੰਦੇ ਨੇ। ਅਗਾਧ ਬੋਧ ਕਿਛ ਮਿਤ ਨਹੀਂ ਜਾਨੂ, ਉੱਥੇ ਮਨ ਪ੍ਰਕਾਸ਼ ਸਮਾ ਜਾਂਦਾ ਹੈ, ਪ੍ਰਕਾਸ਼ ਰੂਪ ਹੋ ਜਾਂਦਾ। ਜਿਵੇਂ ਪਰਮੇਸ਼ਰ ਅਗਾਧ ਬੋਧ ਹੈ,
ਮਨ ਵੀ ਸਾਡਾ ਅਗਾਧ ਬੋਧ 'ਚ ਸਮਾ ਜਾਂਦਾ ਹੈ, ਮਨ ਵੀ ਅਗਾਧ ਬੋਧ ਹੋ ਜਾਂਦਾ ਹੈ। ਇਸ ਕਰਕੇ ਉਸ ਦੀ ਕੋਈ ਮਿੱਤ ਨਹੀਂ ਹੈ, ਉਸ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਹੈ, ਉਸ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ। ਕਿਉਂਕਿ ਮਹਿਮਾ ਆਪਾਂ ਜੀਵ ਜਿਹੜੀ ਕਰਦੇ, ਸੰਸਾਰੀ ਜੀਵ ਕਰਦੇ ਨੇ ਤਨ ਤੱਕ ਮਹਿਮਾ ਤ੍ਰੈ ਗੁਣਾਂ ਦੀ, ਲੇਕਿਨ ਫਿਰ ਇੱਥੇ ਜਿਹੜੀ ਉਪਮਾ ਹੈ ਇਹ ਤ੍ਰੈ ਗੁਣਾਂ ਤੋਂ ਦੂਰ ਹੈ। ਸਾਧਕੀ ਮਹਿਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ। ਸਾਧਕੀ ਸ਼ੋਭਾ ਕਾ ਨਾਹੀ ਅੰਤ, ਸਾਧਕੀ ਸ਼ੋਭਾ ਸਦਾ ਬੇਅੰਤ। ਸਾਧਕੀ ਸ਼ੋਭਾ ਉੱਚ ਤੇ ਉੱਚੀ, ਸਾਧਕੀ ਸ਼ੋਭਾ ਮੂਚ ਤੇ ਮੂਚੀ। ਸਾਧਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਉੱਥੇ ਮਨ ਪ੍ਰਕਾਸ਼ ਰੂਪ ਹੋ ਜਾਂਦਾ, ਕੋਈ ਤਨ ਨਹੀਂ ਬਣਦਾ। ਕਿਉਂਕਿ ਇਸੇ ਕਰਕੇ ਸੰਸਾਰੀ ਜੀਵ ਤਨ ਦੀ ਸਿਲਸਿਲਾ ਕਰਦੇ ਨੇ, ਲੇਕਿਨ ਮਨ ਸਾਧ ਬਣਦਾ, ਮਨ ਸਮਾਉਂਦਾ ਹੈ। ਇਸ ਕਰਕੇ ਸੰਤਾਂ ਦੀ ਮਹਿਮਾ, ਸਾਧੂਆਂ ਦੀ ਮਹਿਮਾ ਕੋਈ ਨਹੀਂ ਕਹਿ ਸਕਦਾ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਤੇ ਫਿਰ ਐਸੇ ਸੰਤਾਂ ਦੀ ਮਹਾਰਾਜ ਸਮਝਾਉਂਦੇ ਨੇ ਕਿ ਆਪਾਂ ਫਿਰ ਉਸ ਪ੍ਰਭੂ ਤੋਂ ਇੱਕ ਹੀ ਬੇਨਤੀ ਕਰਨੀ ਹੁੰਦੀ ਹੈ ਕਿ ਸਾਨੂੰ ਐਸੇ ਸੰਤਾਂ ਦੀ ਧੂਰੀ ਦਾ ਮਤਲਬ ਹੈ ਕਿ ਐਸੇ ਸੰਤਾਂ ਤੋਂ ਸਾਨੂੰ ਗੁਰ ਦਾ ਗਿਆਨ ਮਿਲ ਜਾਵੇ। ਸੰਤਾਂ ਦੁਆਰਾ ਸੰਤ ਕੀ ਦਿੰਦੇ ਨੇ, ਉਹ ਬਚਨ ਦਿੰਦੇ ਨੇ, ਗੁਰ ਦਾ ਸ਼ਬਦ ਦਿੰਦੇ ਨੇ ਜੋ ਨੇਤਰਾਂ 'ਚ ਪਾਉਂਦੇ ਹਾਂ। ਅਤੇ ਉਸ ਤੋਂ ਫਿਰ ਪਾਰ ਬ੍ਰਹਮ ਤੋਂ ਇਹ ਮੰਗਦੇ ਹਾਂ ਕਿ ਸਾਨੂੰ ਐਸੇ ਸੰਤਾਂ ਦੀ ਧੂਰੀ ਮਿਲੇ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਮੇਰੇ 'ਤੇ ਕਿਰਪਾ ਕਰੋ, ਸੰਤਾਂ ਦੀ ਧੂਰੀ ਮੈਨੂੰ ਪ੍ਰਾਪਤ ਹੋ ਜਾਵੇ। ਧੂਰ ਸੰਤਨ ਕੀ ਨਾਨਕ ਦੀਜੈ। ਜਿਵੇਂ ਆਪਾਂ ਰੋਜ਼ ਸੋਲੇ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਸਾਨੂੰ ਇੱਕ ਹੀ ਸੁੱਖ ਹੈ ਕਿ ਸੰਤਾਂ ਦੀ ਧੂਰੀ ਪ੍ਰਾਪਤ ਹੋਵੇ, ਜਿਸ ਨੂੰ ਆਪਾਂ ਕਰਦੇ ਹਾਂ ਕਿ ਹੇ ਮਾਲਕ ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਤੇ ਇਹ ਫਿਰ ਆਪਾਂ ਪਰਮੇਸ਼ਰ ਤੋਂ ਮੰਗਦੇ ਹਾਂ, ਪਰ ਕੈਸੇ ਸੰਤਾਂ ਦੀ, ਜਿਹੜੇ ਵਿੱਚ ਰਹਿ ਕੇ ਵੀ ਸਭ ਤੋਂ ਨਿਰਲੇਪ ਰਹਿੰਦੇ ਨੇ, ਜਿਹੜੇ ਪਾਰ ਬ੍ਰਹਮ ਦਾ ਧਿਆਨ ਧਰਦੇ ਨੇ, ਜਿਹੜੇ ਆਪ ਵੀ ਉਸ ਨੂੰ ਭੋਗਦੇ ਨੇ, ਦੂਜਿਆਂ ਨੂੰ ਵੀ ਉਸ ਜੁਗਤੀ ਦਾ ਗਿਆਨ ਦਿੰਦੇ ਨੇ। ਸੋ ਗੁਰੂ ਪਿਆਰਿਓ, ਨਾਲ ਨਾਲ ਆਪਾਂ ਅਭਿਆਸ ਕਰੀਏ, ਜੁਗਤ ਨੂੰ ਕਮਾਈਏ ਅਤੇ ਆਪਾਂ ਵੀ ਉਸ ਧਿਆਨ ਨੂੰ ਆਪਣਾ ਵੀ ਦੇਖਣ ਬ੍ਰਹਮ ਹੋ ਜਾਵੇ, ਆਪਣਾ ਵੀ ਦੇਖਣਾ ਬਿਸਮਾਦ ਹੋ ਜਾਵੇ, ਪ੍ਰਕਾਸ਼ ਹੋ ਜਾਵੇ। ਸਾਡੀ ਰਸਨਾ ਵੀ ਉਸ ਬਿਸਮਾਦ ਦੀ ਸਿਫਤ ਸਲਾਹ ਕਰੇ, ਉਸ ਬਿਸਮਾਦ ਦੀਆਂ ਗੱਲਾਂ ਕਰੇ, ਉਸ ਦੀ ਉਸਤਤ ਕਰੇ। ਕਦੋਂ ਕਰੇਗੀ? ਜਦੋਂ ਆਪ ਪ੍ਰਭੂ ਬਖਸ਼ਦਾ ਹੈ ਸਿਫਤ ਸਲਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਆਪ ਬਖਸ਼ਦਾ